ਤੇ ਚੰਦੂ ਲਾਲ ਸਾਹਿਬ ਦਾ ਬੜਾ ਅਹਿਮ ਕਿਰਦਾਰ ਜੀ ਤੇ ਤੁਸੀਂ ਉਹਨਾਂ ਦੇ ਪੋਤੇ ਹੋ। ਹਾਂਜੀ। ਤੇ ਮੈਨੂੰ ਥੋੜਾ ਜਿਹਾ ਦੱਸੋ ਕਿ ਤੁਹਾਨੂੰ ਇਹਨਾਂ ਦੇ ਬਾਰੇ ਕੀ ਇਨਫੋਰਮੇਸ਼ਨ ਹੈ? ਅੱਛਾ, ਇਹ ਜਿਸ ਵਕਤ ਜਦੋਂ ਪਾਕਿਸਤਾਨ ਤੇ ਲਹਿਦਾ ਸੀ ਨਾ ਕਿ ਪਾਕਿਸਤਾਨ ਬਣ ਗਿਆ, ਪਾਕਿਸਤਾਨ ਦੇ ਬਾਅਦ ਪੰਜਾਬ ਜਿਹੜਾ ਸੀ ਨਾ, ਇੰਡੀਆ ਆਂਦੇ ਹਨ ਕਿ ਪੰਜਾਬ ਦਾ ਹਿੱਸਾ ਸਾਡੇ ਵੱਲ, ਤੇ ਇੱਥੋਂ ਦੇ ਜਿਹੜੇ ਮੁਸਲਿਮ ਲੀਗ ਕੀ ਉਹ ਆਂਦੇ ਹਨ ਸਾਡੇ ਵੱਲ, ਉਧਰ ਦੀ ਜਿਹੜੀ ਕਾਂਗਰਸ ਸੀ ਉਹ ਆਂਦੇ ਹਨ ਸਾਡੇ ਹਨ। ਫਿਰ ਵੋਟ ਕਾਸਟ ਹੋਈ ਸੀ ਤੇ ਜਿਹਦੇ ਵਿੱਚ ਵੋਟ ਚੌਧਰੀ ਚੰਦੂ ਲਾਲ ਨੇ ਵੋਟ ਕੀਤੀ ਸੀ ਪੰਜਾਬ ਬਣਨ ਦੇ ਵਿੱਚ, ਔਰ ਪਹਿਲੀ ਅਸੈਂਬਲੀ ਦੇ ਡਿਪਟੀ ਸਪੀਕਰ ਸਨ ਚੌਧਰੀ ਚੰਦੂ ਲਾਲ, ਔਰ ਜਿੰਨੀ ਬਾਉਂਡਰੀ ਲੈਂਡ ਸੀ ਉਹਦੇ ਵੀ ਮੈਂਬਰ ਸਨ, ਬਾਉਂਡਰੀ ਕਮਿਸ਼ਨ ਦੇ, ਤੇ ਕਾਇਦੇ ਆਜ਼ਮ ਦੇ ਵੀ ਵਕੀਲ ਸਨ। ਅੱਛਾ ਅੱਛਾ, ਮਤਲਬ ਕਿ ਤੁਸੀਂ ਬੜੇ ਤਾਰੀਖੀ ਖਾਨਦਾਨ ਦੇ ਨਾਲ ਮੁੰਸਲਕ ਹੋ। ਔਰ ਜਿਹੜਾ ਦਾਵਾ ਪੰਜਾਬ ਦੇ ਮਸੀਹ ਕਰਦੇ ਨੇ ਕਿ ਅਸੀਂ ਤਕਸੀਮ ਦੇ ਹਿੱਸੇਦਾਰ ਆ, ਅਸੀਂ ਪਾਕਿਸਤਾਨ ਬਣਾਉਣ ਦੇ ਵਿੱਚ ਸ਼ਾਮਲ ਆ, ਅਸੀਂ ਸ਼ਰਾਕਤਦਾਰ ਆ। ਜੀ ਜੀ, ਠੀਕ ਹੈ ਨਾ। ਤੇ ਤੁਹਾਡੇ ਨਾਲ ਮਿਲ ਕੇ ਬੜੀ ਖੁਸ਼ੀ ਹੋਈ। ਉਹ ਅੱਜ ਤੁਹਾਨੂੰ ਪਤਾ ਚੱਲ ਗਿਆ ਜਿਹੜੇ ਦਾਅਵੇ ਕਰਦੇ ਨੇ ਨਾ, ਉਹਦੇ ਦਾਅਵੇ ਕਰਦੇ ਉਹ ਠੀਕ ਆਂਦੇ ਨੇ, ਕਿਉਂਕਿ ਦੇਖੋ ਜੀ ਇੱਕ ਜਗ੍ਹਾ ਗਏ ਹਨ ਚੌਧਰੀ ਚੰਦੂ ਲਾਲ ਤੇ ਉਹਨਾਂ ਨੇ ਕਿਹਾ ਜੀ, ਚੌਧਰੀ ਚੰਦੂ ਲਾਲ ਵਕੀਲ ਸਨ, ਤੇ ਜੱਜ ਸਾਹਿਬ ਦੇ ਕੋਲ ਦਾਵਾ ਇੱਕ ਆ ਗਿਆ, ਤੇ ਉਹਨੇ ਕਿਹਾ ਜੀ, ਉਹ ਬੰਦੇ ਨੇ ਕਤਲ ਕੀਤਾ, ਉਹਨੇ ਕਿਹਾ ਜੀ ਤੇਰਾ ਕੋਈ ਜਾਣੋ ਕਿ ਜੀ ਚੌਧਰੀ ਚੰਦੂ ਲਾਲ ਮੇਰੇ ਮਾਮੂ ਨੇ, ਉਹਨਾਂ ਬੁਲਾਇਆ ਕਿ ਚੰਦੂ ਲਾਲ ਨੂੰ ਬੁਲਾਓ ਜੀ। ਉਹਨੇ ਕਿਹਾ ਚੌਧਰੀ ਸਾਹਿਬ ਇਹ ਬੰਦਾ ਜਿਹੜਾ ਨਾ ਇਹ ਆਂਦਾ ਕਿ ਚੌਧਰੀ ਚੰਦੂ ਲਾਲ ਮੇਰੇ ਮਾਮੂ ਸਨ। ਉਹਨੇ ਕਿਹਾ ਜੀ ਜੇ ਅਗਰ ਆਂਦੇ ਨੇ ਫਿਰ ਤਾਂ ਮੈਂ ਲੱਗਦਾ ਵਾਂਗਾ, ਲੇਕਿਨ ਉਹਨੂੰ ਫਿਰ ਉਹਨਾਂ ਜਦੋਂ ਪੁੱਛਿਆ ਕਿ ਕਿਵੇਂ ਤੂੰ, ਉਹਨੇ ਦੱਸਿਆ ਜੀ ਗੁਜਰਾਂ ਵਾਲੇ ਜਿਹੜੇ ਘਰ ਤੁਸੀਂ ਜਾਂਦੇ ਹੁੰਦੇ ਹਨ, ਮੇਰਾ ਨਾਲ ਘਰ ਏ, ਤੇ ਉਹ ਸਾਰੇ ਤੁਹਾਨੂੰ ਮਾਮੂ ਆਂਦੇ ਹਨ ਤੇ ਮੈਂ ਮਾਮੂ। ਫਿਰ ਤਾਂ ਬਣਦਾ ਸੀ ਨਾ ਇਹ ਮਤਲਬ ਉਹਨਾਂ ਦੀਆਂ ਗੱਲਾਂ ਤਰੀਕੇ। ਹਾਂਜੀ, ਇੰਜ ਦੀਆਂ ਗੱਲਾਂ। ਤੇ ਪਿੰਡ ਕਿੰਨੀ ਕੁ ਦੇ ਰਹੇ ਨੇ ਉਹ? ਪਿੰਡ ਜਿਸ ਵਕਤ ਤੇ ਵਕੀਲ ਸਨ ਸ਼ੋਪਰੇ, ਉਹਨਾਂ ਦਾ ਘਰ ਸੀ। ਅੱਛਾ। ਤੇ ਉਂਝੋ ਜਾਣਾ ਹੋਣਾ ਲੱਗਾ ਰਹਿੰਦਾ ਸੀ, ਨਾਲ ਘਰ ਨੇ। ਇੱਧਰ ਹੀ ਚੌਧਰੀ ਨੰਦ ਲਾਲ ਉਹਨਾਂ ਦੇ ਭਾਈ ਸਨ, ਕੁੰਦਨ ਲਾਲ ਭਾਈ ਸਨ। ਹਾਂਜੀ ਹਾਂਜੀ, ਇਹ ਨਾਲ ਪਰਾਂ ਘਰ ਹੈ। ਅੱਗੋਂ ਉਹਨਾਂ ਦੇ ਦੋ ਬੱਚੇ ਇੱਥੇ। ਤੁਹਾਡੇ 'ਚ ਇਹ ਬੜੀ ਖੂਬਸੂਰਤੀ ਹੈ ਕਿ ਤੁਸੀਂ ਪੱਗ ਨੂੰ ਵੀ ਸਾਂਭਿਆ, ਹੈਨਾ। ਇਹ ਵੀ ਬੜੀ ਗੱਲ ਹੈ ਕਿ ਪੱਗ ਨੂੰ ਸਾਂਭਿਆ, ਹੈਨਾ। ਤੇ ਮੈਨੂੰ ਇਹ ਦੱਸੋ ਆਪਣਾ ਮਾਟਨ ਸਾਹਿਬ ਦੇ ਬਾਰੇ ਤੇ ਯੰਗਸਨ ਸਾਹਿਬ ਦੇ ਬਾਰੇ ਕੋ ਥੋੜਾ ਦੱਸੋ। ਕਿ ਯੰਗਸਨ ਸਾਹਿਬ ਜਿਹੜੇ ਸਨ ਜੀ, ਉਹ ਸਕਾਟਲੈਂਡ ਤੋਂ ਆਏ ਸਨ। ਸਕਾਟਲੈਂਡ ਜਦੋਂ ਆਏ ਸਨ ਤਾਂ ਉਦੋਂ ਲੋਕੀ ਹਾਥੀਆਂ ਤੇ ਊਠਾਂ ਤੇ ਸਫ਼ਰ ਕਰਦੇ ਹਨ, ਤੇ ਸਿਆਲਕੋਟ ਦੇ ਵਿੱਚ ਉਹਨਾਂ ਨੇ ਮਰੇ ਕਾਲਜ ਦੇ ਫਾਊਂਡਰ ਸਨ। ਅੱਛਾ, ਮਾਟਨ ਸਾਹਿਬ ਨਹੀਂ, ਯੰਗਸਨ ਸਾਹਿਬ ਮਰੇ ਕਾਲਜ ਸਿਆਲਕੋਟ ਦੇ ਫਾਊਂਡਰ ਸਨ। ਉੱਥੋਂ ਫਿਰ ਇਹਨਾਂ ਨੇ ਨਾ ਕੁਝ 55 ਫੈਮਲੀਆਂ ਸਿਆਲਕੋਟ ਦੇ ਏਰੀਏ ਚੋਂ ਲਿਆ ਕੇ ਤੇ ਯੰਸਰਾਬਾਦ ਆਬਾਦ ਕੀਤੀਆਂ, ਜਿਨ੍ਹਾਂ ਦੇ ਵਿੱਚ ਮੁਸਲਿਮ ਵੀ ਸਨ, ਸਾਡੇ ਲਵਾਰਦਰ ਖਾਨ ਹੋਰ ਫੈਮਲੀਆਂ ਸਨ ਜਿਹੜੀਆਂ ਉਹਨਾਂ ਨੇ ਇੱਥੇ ਆਬਾਦ ਕੀਤੀਆਂ ਹਨ। ਉਸ ਤੋਂ ਬਾਅਦ ਇੱਥੇ ਚਰਚ ਬਣਾਇਆ ਯੰਗਸਨ ਸਾਹਿਬ ਨੇ, ਫਿਰ ਕੋਠੀ ਬਣਾਈ। ਉਸ ਤੋਂ ਬਾਅਦ ਫਿਰ ਜਿਹੜੇ ਮਾਟਨ ਸਾਹਿਬ ਸਨ ਨਾ, ਉਹ ਯੰਗਸਨ ਸਾਹਿਬ ਦੇ ਦੋਸਤ ਸਨ। ਉਹਨਾਂ ਨੇ ਫਿਰ ਮਾਟਨ ਸਾਹਿਬ ਨੂੰ ਕਿਹਾ ਕਿ ਤੂੰ ਮਾਟਨਪੁਰ ਬਣਾ, ਤੇ ਉਹਨੇ ਮਾਟਨਪੁਰ ਆਬਾਦ ਕੀਤਾ ਸੀ। ਇਹ ਜਗ੍ਹਾ ਜਿਹੜੀ ਸੀ ਬਿਲਕੁਲ ਜੰਗਲ ਸੀ, ਉਹਨਾਂ ਨੇ ਫਿਰ ਆਬਾਦ ਕੀਤੀ ਸੀ। ਤੇ ਫਿਰ ਕ੍ਰਿਸ਼ਨਾ ਨੂੰ ਉਹਨਾਂ ਨੇ ਜਿਹੜੇ ਉਹ ਲੈ ਕੇ ਆਏ ਹਨ ਫੈਮਲੀਆਂ, ਉਹਨਾਂ ਨੂੰ 150 ਮਰਬਾ ਜਿਹੜਾ ਉਹ ਲਾਟ ਕੀਤਾ ਸੀ। ਠੀਕ ਹੈ, 150 ਮਰਬਾ ਜੀ, 150। ਤੇ ਤੁਸੀਂ ਮੈਨੂੰ ਦੱਸੋ, ਤੁਸੀਂ ਅੱਗੇ ਮੈਨੂੰ ਦੱਸਿਆ ਸੀ ਕਿ ਆਪਣਾ ਯੰਗਸਨ ਸਾਹਿਬ ਬੜੇ ਰੂਹਾਨੀ ਬੰਦੇ ਸਨ। ਹਾਂਜੀ। ਤੇ ਕੋਈ ਵਾਕਿਆ ਮੈਨੂੰ ਤੁਸੀਂ ਦੱਸ ਰਹੇ ਸੋ। ਯੰਗਸਨ ਸਾਹਿਬ ਇੰਦੇ ਸਨ ਕਿ ਖੁਦਾਪਰਸਤ ਸਨ, ਔਰ ਇੰਜੀ ਨਾਲ ਚੰਦ ਦੋਸਤ ਸਨ, ਉਹ ਭੇਡਾਂ ਚਾਰ ਰਹੇ ਸਨ। ਤੇ ਉਹਨਾਂ ਨੇ ਕਿਹਾ ਕਿ ਯਾਰ, ਉਹਨਾਂ ਜੋ ਵੇਖਿਆ ਯੰਗਸਨ ਸਾਹਿਬ ਆ ਰਹੇ ਨੇ, ਤੇ ਉਹਨਾਂ ਨੇ ਇੱਕ ਬੰਦੇ ਨਾਲ ਲਟਾ ਦਿੱਤਾ ਥੱਲੇ, ਤੇ ਉਹਨਾਂ ਕਿਹਾ ਜੀ ਬਾਬਾ ਜੀ ਇਹ ਬੰਦਾ ਬਿਮਾਰ ਹੈ, ਤੇ ਹਾਂ ਇਹਦੇ ਲਈ ਕੋਈ ਦਵਾਈ ਸ਼ਵਾਈ ਲਈ ਪੈਸੇ ਦਿਓ। ਇਹ ਨਹੀਂ, ਉਹਨੇ ਕਿਹਾ ਕਿ ਮਰ ਗਿਆ ਤੇ ਇਹਨੂੰ ਨਾ ਕੋਈ ਖਫਨ ਦਫਨ ਨਹੀਂ। ਉਹਨਾਂ ਜੀ ਪੈਸੇ ਦਿੱਤੇ, ਤੇ ਉਹਨਾਂ ਕਿਹਾ ਚਲੋ ਦੀ ਦੁਆ ਕਰਨੇ ਆ, ਤੇ ਉਹ ਦੁਆ ਕੀਤੀ, ਪੈਸੇ ਦਿੱਤੇ, ਤੇ ਬੰਦੇ ਨੂੰ ਲਾਇਆ ਤੇ ਬੰਦਾ ਮਰ ਗਿਆ। ਮਤਲਬ ਕਿ ਉਹਨਾਂ ਰੂਹਾਨੀ ਬੰਦਿਆਂ ਦੀ ਸੋਚ ਸੀ ਕਿ ਮਸੀਹ ਅਗਰ ਲਿਆਂਦੇ ਨੇ ਤੇ ਉਹਨਾਂ ਨੂੰ ਇੱਥੇ ਜ਼ਰਾਈ ਜ਼ਮੀਨ ਲਾਟ ਕੀਤੀ ਜਾਵੇ, ਤਾਂ ਕਿ ਚੁੱਕੇ ਜਿਹੜੇ ਬੰਦਿਆਂ ਨੂੰ ਲੈ ਕੇ ਆਏ ਨੇ ਨਾ, ਉਹ ਪਿੱਛੇ ਸਿਆਲਕੋਟ ਵਿੱਚ ਵੀ ਉਹ ਸਮਝ ਲਓ ਕਿਸਾਨ ਸਨ, ਠੀਕ ਹੈ ਨਾ, ਇਸ ਕੰਮ ਨੂੰ ਜਾਣਦੇ ਸਨ। ਤੇ ਫਿਰ ਇਹ ਬੜੀ ਗੱਲ ਹੈ ਜੀ। ਤੇ ਦੂਸਰਾ, ਅਸੀਂ ਬੜੇ ਖੁਸ਼ਕਿਸਮਤ ਆ ਕਿ ਅੱਜ ਉਹ ਜਿਹੜਾ ਅਸੀਂ ਦਾਵਾ ਆਮ ਕਰਨੇ ਆ, ਹੈਨਾ, ਕਿ ਜੀ ਚੰਦੂ ਲਾਲ ਸਾਹਿਬ ਤੇ ਬਾਕੀ ਜਿਹੜੇ 3 ਸਾਡੇ ਮੈਂਬਰ ਸਨ, ਐਸਪੀ ਸਿੰਘਾ ਸਾਹਿਬ ਪਾਕਿਸਤਾਨ ਬਣਾਣੇ ਸੀ ਨਾ, ਉਹਨਾਂ ਦਾ ਫਿਰ ਬਾਉਂਡਰੀ ਕਮਿਸ਼ਨ ਦੇ ਵਿੱਚ, ਤੇ ਬੜਾ ਅਹਿਮ ਰੋਲ ਰਿਹਾ ਵੇ ਪੰਜਾਬ ਦੇ ਮਸੀਹਾਂ ਦਾ ਕਾਇਦਾਦਮ ਦੇ ਨਾਲ ਬੜਾ ਸਾਥ ਰਿਹਾ।
ਅਗਰ ਇਹ ਕਾਇਦਾਨ ਦਾ ਸਾਥ ਨਾ ਦਿੰਦੇ ਅਸੀਂ ਅੱਜ ਦੁਲਾਲ ਸਾਹਿਬ ਜਾਂ ਬਾਉਂਡਰੀ ਕਮਿਸ਼ਨ ਦੇ ਮੈਂਬਰ ਨਾ ਹੁੰਦੇ ਤੇ ਸ਼ਾਇਦ ਪਾਕਿਸਤਾਨ ਦੀ ਬਾਉਂਡਰੀ ਵੀ ਇਹ ਵਾਲੀ ਨਹੀਂ ਸੀ ਪੰਜਾਬ ਨਹੀਂ ਸੀ ਹੋਣੀ। ਤੇ ਅਸੀਂ ਬੜੇ ਸ਼ੁਕਰਗੁਜ਼ਾਰ ਚਲੋ ਹਾਂ। ਥੈਂਕ ਯੂ ਜਨਾਬ, ਬੜੀ ਮਿਹਰਬਾਨੀ ਜਨਾਬ। ਚਲੋ ਖੁਸ਼ ਰਹੋ ਤੇ ਜੀ। ਜੋਜ ਸਾਹਿਬ ਦੀ ਵੱਡੀ ਖੂਬੀ ਇਹ ਵੀ ਹੈ ਕਿ ਇਸ ਵਾਹਿਦ ਖਾਨਦਾਨ ਨੇ ਮੇਰੇ ਹਿਸਾਬ ਨਾਲ ਨਾ ਪੰਜਾਬ ਦੇ ਵਿੱਚ ਚੰਦ ਖਾਨਦਾਨ ਐਸੇ ਹੋਣੇ ਨੇ ਜਿਨ੍ਹਾਂ ਨੇ ਪੱਗ ਸਾਂਭੀ ਹੈ। ਹਾਂ ਥੈਂਕ ਯੂ ਜੀ, ਥੈਂਕ ਯੂ ਰੋਬਰਟ ਸਾਹਿਬ।